ਵੈਲਕਮ ਬੈਕ ਟੂ ਨਿਊਜ਼ ਟੀਵੀ 84 ਵਿਊਅਰਸ। ਬ੍ਰੇਕ ਤੋਂ ਪਹਿਲਾਂ ਅਸੀਂ ਨਾਨਕਸ਼ਾਹੀ ਕੈਲੰਡਰ ਤੇ ਗੱਲਬਾਤ ਕੀਤੀ ਸੀ। ਬ੍ਰੇਕ ਤੋਂ ਬਾਅਦ ਵੀ ਅਸੀਂ ਨਾਨਕਸ਼ਾਹੀ ਕੈਲੰਡਰ 2003 ਦੇ ਨਿਰਮਾਤਾ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਕੈਨੇਡਾ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪੁਰੇਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਪੁਰੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਕਿ ਤੁਸੀਂ ਆਪਣੇ ਟਾਈਮ ਕੱਢ ਕੇ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਏ। ਆਈ ਨੂੰ ਸਾਨੂੰ ਸੁਣਨ ਦੇ ਵਿੱਚ ਆਇਆ ਸੀ ਕਿ ਤੁਹਾਡੀ ਤਬੀਅਤ ਕਾਫੀ ਖਰਾਬ ਹੈ, ਸੋ really we appreciate ਕਿ ਤੁਸੀਂ ਸਾਰੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਤਾਂ ਪਾਲ ਸਿੰਘ ਪੁਰੇਵਾਲ ਜੀ, ਤੁਹਾਨੂੰ ਅਸੀਂ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਸ ਵਾਰ ਵੀ SGPC ਨੇ ਜਿਹੜਾ ਨਾਨਕਸ਼ਾਹੀ ਕੈਲੰਡਰ ਦਾ ਨਾਮ ਲੈ ਕੇ ਹਿੰਦੂਕਰਨ ਕਰਕੇ, ਉਸਦਾ ਚੰਗੀ ਤਰ੍ਹਾਂ ਹਿੰਦੂਕਰਨ ਕਰਕੇ ਉਸਦਾ ਨਾਮ ਚੇਂਜ ਕਰਕੇ ਨਾਨਕਸ਼ਾਹੀ ਕੈਲੰਡਰ ਰੱਖ ਦਿੱਤਾ ਹੈ। ਪਰ ਜਿਸ ਤਰ੍ਹਾਂ ਤੁਸੀਂ ਇੰਨੀ ਮਿਹਨਤ ਦੇ ਨਾਲ ਨਾਨਕਸ਼ਾਹੀ ਕੈਲੰਡਰ 2003 ਬਣਾਇਆ ਸੀ, ਪਰ ਜਿਸ ਤਰ੍ਹਾਂ ਇਹਨੇ ਪੂਰਾ ਉਸਦਾ ਹਿੰਦੂਕਰਨ ਕਰ ਦਿੱਤਾ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ, ਆਪ ਜੀ ਨੂੰ ਪਤਾ ਹੀ ਹੈ ਕਿ 2014 ਦੇ ਵਿੱਚ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸਾਲ ਦੇ ਵਿੱਚ 2 ਵਾਰ ਆਇਆ ਸੀ, ਇੱਕ ਵਾਰ ਜਨਵਰੀ ਵਿੱਚ ਤੇ ਇੱਕ ਵਾਰ ਦਸੰਬਰ ਵਿੱਚ। ਜੀ, ਦਸੰਬਰ ਦੀ 28 ਤਰੀਕ ਨੂੰ ਜਿਹੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀਗਾ, ਉਸੇ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬਿਕਰਮੀ ਕੈਲੰਡਰ ਅਨੁਸਾਰ ਇਹ ਦੋਨੋਂ ਤਰੀਕਾਂ ਸੀ, ਉਹ ਇੱਕੋ ਦਿਨ ਆ ਗਈਆਂ। ਉਹਦੇ ਕਰਕੇ ਫਿਰ ਆਪਣੇ ਸਾਰੇ ਦੇਸ਼ਾਂ ਦੇ ਵਿੱਚ, ਸਿੱਖ ਪੰਥ ਦੇ ਵਿੱਚ ਬਹੁਤ ਚਰਚਾ ਚੱਲੀ ਕਿ ਦੋਵੇਂ ਤਰੀਕਾਂ ਕਿਵੇਂ ਇਕੱਠੀਆਂ ਹੋ ਗਈਆਂ। ਇਹ ਬਿਕਰਮੀ ਕੈਲੰਡਰ ਦੀ ਦੇਣ ਸੀ ਤੇ ਇਹ ਮੁੜ ਕੇ ਫੇਰ ਵੀ ਹੋ ਸਕਦੀਆਂ, ਕੁਝ ਸਾਲਾਂ ਬਾਅਦ ਆ ਜਾਂਦੀਆਂ ਇਕੱਠੀਆਂ ਤਰੀਕਾਂ। ਫਿਰ ਉਹਨਾਂ ਨੂੰ ਭਾਜੜ ਪੈ ਗਈ SGPC ਨੂੰ। ਉਹਨਾਂ ਨੇ ਕਦੇ ਕਿਹਾ ਵੀ 28 ਨੂੰ ਮਨਾਉਣਾ, ਕਦੇ ਕਹਿਤਾ ਵੀ 5 ਜਨਵਰੀ ਨੂੰ ਮਨਾ ਲਿਓ, ਕਦੇ ਕਹਿਤਾ ਕਿ 7 ਜਨਵਰੀ ਨੂੰ ਮਨਾ ਲਿਓ ਅਗਲੇ ਸਾਲ ਵਾਲੀ ਚ। ਸੋ ਇਸ ਤਰ੍ਹਾਂ ਦਾ ਜੋ ਕੁਛ ਹੋਇਆ ਉੱਥੇ, ਤੇ ਅਨਸਰਟਨਟੀ ਉਹਨਾਂ ਦੇ ਵਿੱਚ ਸੀ, ਇਨਡਿਸੀਜਨ ਸੀ, ਕੋਈ ਫੈਸਲਾ ਨਹੀਂ ਸੀ ਲੈ ਸਕਦੇ। ਹਾਂਜੀ, ਤੇ ਆਪਾਂ ਤਾਂ ਨਾਨਕਸ਼ਾਹੀ ਕੈਲੰਡਰ ਵਿੱਚ 23 ਪੋ ਸਦਾ ਹੀ ਰੱਖੀ ਆ, ਔਰ 23 ਪੋ ਸਦਾ ਹੀ 5 ਜਨਵਰੀ ਨੂੰ ਹੋਵੇਗੀ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ ਆ। ਬੜਾ ਸਰਲ ਕੈਲੰਡਰ ਬਣਾਇਆ। ਸੋ ਇਸ ਸਮੱਸਿਆ ਦੇ ਕਰਕੇ ਸਾਰੇ ਵਿਸ਼ਵ ਭਰ ਦੇ ਵਿੱਚ ਕੈਲੰਡਰ ਬਾਰੇ ਕਾਫੀ ਲੋਕਾਂ ਨੂੰ ਪਤਾ ਲੱਗਾ ਕਿ ਕੀ ਸਮੱਸਿਆਵਾਂ ਹੈਗੀਆਂ। ਉਹਦੇ ਕਰਕੇ ਬਾਹਰਲੇ ਦੇਸ਼ਾਂ ਵਿੱਚ ਆਪਾਂ ਬਾਹਰ ਲੈ ਰਹੇ ਹਾਂ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਹੋਰ ਪੱਛਮੀ ਦੇਸ਼ਾਂ ਦੇ ਵਿੱਚ ਬਹੁਤ ਗੁਰੂ ਘਰਾਂ ਨੇ ਪਿਛਲੇ ਸਾਲ ਫਿਰ ਇਹਦੇ ਪ੍ਰਤੀਕਰਨ ਦੇ ਤੌਰ ਤੇ ਨਾਨਕਸ਼ਾਹੀ ਕੈਲੰਡਰ ਨੂੰ ਅਡਾਪਟ ਕੀਤਾ। ਜੀ, ਤੇ ਮਿਸਾਲ ਵਜੋਂ ਹੁਣ ਸਾਡੇ ਆਪਣੇ ਸ਼ਹਿਰ ਵਿੱਚ ਇੱਥੇ ਐਡਮਿੰਟਨ 3 ਗੁਰੂ ਘਰ ਨੇ, ਇੱਕ ਨਾਨਕਸਰ ਗੁਰਦੁਆਰਾ ਸਾਹਿਬ ਨੂੰ ਛੱਡ ਕੇ ਬਾਕੀ 3 ਗੁਰੂ ਘਰਾਂ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਜਿਹੜਾ ਇਸ ਸਾਲ ਇੰਪਲੀਮੈਂਟ ਆ 100% 2003 ਵਾਲਾ। ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹ ਆਪਣਾ ਪ੍ਰਤੀਕਰਨ ਦੇ ਤੌਰ ਤੇ ਲੋਕਾਂ ਨੇ ਜਾਣਕਾਰੀ ਪ੍ਰਾਪਤ ਕੀਤੀ ਤੇ ਕੈਲੰਡਰ ਨੂੰ ਅਪਣਾਇਆ। ਇਹ ਆਪਣਾ ਕੈਲੰਡਰ ਹੈ ਤੇ ਇਹਨਾਂ ਨੇ 2010 ਦੇ ਵਿੱਚ ਮੈਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਸੀ, ਜਦੋਂ ਇਹਨਾਂ ਨੇ ਪਹਿਲੀ ਵਾਰ ਕੈਲੰਡਰ 'ਚ ਛੇੜਛਾੜ ਕੀਤੀ, ਬਿਕਰਮੀ ਕੈਲੰਡਰ ਦੀਆਂ ਤਰੀਕਾਂ ਪਾਤੀਆਂ, ਤੇ ਫਿਰ ਮੁੜ ਕੇ ਜਾ ਕੇ ਇਹਨਾਂ ਨੇ ਪਿਛਲੇ ਸਾਲ ਹੀ ਸਾਰੀਆਂ ਤਰੀਕਾਂ ਜਿਹੜੀਆਂ ਹਿੰਦੂ ਬਿਕਰਮੀ ਕੈਲੰਡਰ ਦੀਆਂ ਪਾਤੀਆਂ। ਹਾਂਜੀ, ਤੇ 100%। ਇਸ ਸਾਲ ਜਿਹੜਾ ਨਵਾਂ ਕੈਲੰਡਰ ਬਣਿਆ 2016 ਦੇ ਵਿੱਚ, ਉਹ ਮੇਰੀ ਨਜ਼ਰ ਗੋਚਰੇ ਨਹੀਂ ਆਇਆ, ਪਰ ਪਤਾ ਇਹ ਲੱਗਾ ਕਿ ਉਸ ਦੇ ਵਿੱਚ ਵੀ ਬਿਕਰਮੀ ਤਰੀਕਾਂ ਹੀ ਉਹਨਾਂ ਨੂੰ ਪਾਈ ਆ। ਤੇ ਕੈਲੰਡਰ ਦਾ ਨਾਂ ਜਿਹੜਾ ਆ ਉਹ ਇਹ ਰੱਖ ਦਿੰਦੇ ਆ ਕਿ ਸੰਮਤ 5 ਸਾਲ 548 ਸੰਮਤ ਚਾਹਨਾ ਹੈ। 14 ਮਾਰਚ ਨੂੰ, ਪਹਿਲੀ ਚੇਤ ਨੂੰ 548 ਗੁਰੂ ਨਾਨਕ ਪਾਤਸ਼ਾਹ ਦੇ ਨਾਮ ਵਾਲਾ ਸੰਮਤ ਚੜ੍ਹਨਾ ਆ। ਤੇ ਕੈਲੰਡਰ ਦੇ ਹੈਡਿੰਗ ਦੇ ਦਿੰਦੇ ਆ ਸੰਮਤ ਨਾਨਕਸ਼ਾਹੀ ਸੰਮਤ 548 ਦਾ ਕੈਲੰਡਰ। ਇਹ ਨਹੀਂ ਲਿਖਦੇ ਕਿ 548 ਦਾ ਨਾਨਕਸ਼ਾਹੀ ਕੈਲੰਡਰ, ਕਿਉਂਕਿ ਨਾਨਕਸ਼ਾਹੀ ਕੈਲੰਡਰ ਹੈ ਹੀ ਨਹੀਂ। ਤੇ ਮੋਹਰੇ ਨਾਂ ਭੰਬਲ ਭੂਸੇ ਵਿੱਚ ਸੰਗਤਾਂ ਨੂੰ ਪਾਉਣ ਵਾਸਤੇ ਕੱਲਾ ਸੰਮਤ ਦਾ ਨਾਂ ਹੁਣ ਲਿਖਣ ਲੱਗ ਪਏ ਆ। ਅੱਗੇ ਪਹਿਲਾਂ ਨਾਨਕਸ਼ਾਹੀ ਕੈਲੰਡਰ ਲਿਖਦੇ ਹੁੰਦੇ ਸੀ। ਸੋ ਇਹ ਬੜੀ ਇਹਨਾਂ ਨੇ ਮਤਲਬ ਗਲਤ ਕੰਮ ਕੀਤਾ ਹੈ। ਕੌਮ ਦੇਖੋ 2003 ਤੋਂ ਲੈ ਕੇ 2010 ਤਾਈਂ 7 ਸਾਲ ਖੁਸ਼ੀਆਂ ਦੇ ਨਾਲ ਵੀ ਸਾਡਾ ਕੈਲੰਡਰ ਬਣਿਆ ਆ, ਸਾਡੀ ਕੌਮ ਦੀ ਆਈਡੈਂਟਿਟੀ ਦੇ ਵਿੱਚ ਦਿੱਖ ਵਿੱਚ ਵਾਧਾ ਹੋਇਆ ਆ।
ਤੇ ਔਰ ਸਾਡੀ ਪਹਿਚਾਣ ਦੁਨੀਆ ਭਰ ਵਿੱਚ ਬਣੀ ਆ। ਬਾਹਰਲੇ ਮੁਲਕਾਂ ਦੇ ਰਾਈਟਰਸ ਜਿਹੜੇ ਆ ਉਹ ਨਾਨਕਸ਼ਾਹੀ ਕੈਲੰਡਰ ਬਾਰੇ ਲਿਖ ਰਹੇ ਆ ਤੇ ਔਰ ਉਸ ਦੀ ਸਿੱਖ ਕੌਮ ਦੀ ਮਹੱਤਤਾ ਬਾਰੇ ਲਿਖਿਆ ਗਿਆ ਆ। ਸੋ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ SGPC ਨੇ, ਮੱਕੜ ਸਾਹਿਬ ਨੇ ਤੇ ਜ਼ਬਰਦਸਤ ਹੀ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਤੇ ਬਿਕਰਮੀ ਕੈਲੰਡਰ ਥੋਪਿਆ ਆ। ਬਿਲਕੁਲ। ਤਾਂ ਪੁਰੇਵਾਲ ਸਾਹਿਬ, ਜਿਸ ਤਰ੍ਹਾਂ ਪਿਛਲੇ ਸਾਲ ਤੁਹਾਨੂੰ ਅਸੀਂ ਗੱਲਬਾਤ ਕੀਤੀ ਸੀ ਮਾਰਚ ਦੇ ਵਿੱਚ, ਜਿਸ ਤੁਸੀਂ ਗੱਲ ਕੀਤੀ ਕਿ 2014 ਦੇ ਵਿੱਚ ਉਹਨੂੰ ਭਾਜੜਾ ਪੈ ਗਈਆਂ ਸੀ ਬਿਕੋਜ਼ 2 ਵਾਰ ਪ੍ਰਕਾਸ਼ ਪੁਰਬ ਆ ਗਿਆ ਸੀ, ਪਰ ਜਿਸ ਤਰ੍ਹਾਂ ਮਾਰਚ ਦੇ ਵਿੱਚ ਇਹਨਾਂ ਨੇ 18 ਮੈਂਬਰੀ ਕਮੇਟੀ ਬਣਾਈ ਸੀ ਤਾਂ ਕਿ ਜਿਹੜਾ ਇਹ ਕਨਫਿਊਜ਼ਨ ਹੈ ਇਸ ਨੂੰ ਦੂਰ ਕੀਤਾ ਜਾਵੇ। ਪਹਿਲਾਂ ਤਾਂ ਇਸ ਕਮੇਟੀ ਤੁਸੀਂ ਮੈਂਬਰ ਨਹੀਂ ਸੀਗੇ, ਬਾਅਦ ਵਿੱਚ ਕਹਿੰਦੇ ਸੀ ਕਿ ਇਸ ਕਮੇਟੀ ਤੁਸੀਂ ਵੀ ਮੈਂਬਰ ਬਣੋਗੇ। ਓਵਰਆਲ ਹੁਣ ਆਲਮੋਸਟ 1 ਸਾਲ ਹੋ ਗਿਆ, ਕਿਉਂਕਿ ਫੈਬਰੂਰੀ ਆਉਣ ਵਾਲਾ, ਆਲਮੋਸਟ 1 ਸਾਲ ਹੋ ਗਿਆ। ਇਸ ਕਮੇਟੀ ਦੀ ਕੀ ਅਪਡੇਟ ਹੈ? ਕਿ ਇਹਨਾਂ ਨੇ ਕੋਈ ਕਨਫਿਊਜ਼ਨ ਦੂਰ ਕਰਨ ਦੇ ਲਈ ਕੋਈ ਤੁਹਾਨੂੰ ਵਿਚਾਰ ਵਟਾਂਦਰਾ ਜਾਂ ਤੁਹਾਨੂੰ ਕੋਈ ਮੀਟਿੰਗ ਵਗੈਰਾ ਕੀਤੀ? ਨਹੀਂ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਮੇਰਾ ਨਾਂ ਜ਼ਰੂਰ ਉਸ ਕਮੇਟੀ ਵਿੱਚ ਅਨਾਉਂਸ ਹੋਇਆ ਸੀ, 18 ਮੈਂਬਰੀ ਕਮੇਟੀ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ 17 ਮੈਂਬਰ ਜਿਹੜੇ ਸਨ ਮੇਰੇ ਤੋਂ ਬਿਨਾਂ ਤਕਰੀਬਨ ਉਹ ਸਾਰੇ ਦੇ ਸਾਰੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਸਨ। ਸੋ ਉਸ ਕਮੇਟੀ ਦੀ ਜੇ ਮੀਟਿੰਗ ਹੁੰਦੀ ਵੀ ਤਾਂ ਉਸ ਚੋਂ ਕੀ ਸਾਰਥਕ ਨਤੀਜਾ ਨਿਕਲ ਸਕਣਾ ਸੀਗਾ। ਤੇ ਮੇਰੇ ਨਾਲ ਕਮੇਟੀ ਦੀ ਮੀਟਿੰਗ ਵਾਸਤੇ ਕੋਈ ਕੰਟੈਕਟ ਨਹੀਂ ਹਜੇ ਤਾਈਂ ਹੋਇਆ। ਤੇ ਇਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਪੋਹ ਦੀ ਸੰਗਰਾਂਦ ਤਾਈਂ, ਮਤਲਬ ਦਸੰਬਰ ਦੀ, ਇਹਨਾਂ ਦੇ ਬਿਕਰਮੀ ਕੈਲੰਡਰ ਦੀ ਦਸੰਬਰ ਦੀ 16, ਸਾਡੇ ਨਾਨਕਸ਼ਾਹੀ ਕੈਲੰਡਰ ਦੀ ਤਾਂ 14 ਦਸੰਬਰ ਨੂੰ ਪੋਹ ਦੀ ਸੰਗਰਾਂਦ ਆ। ਪੋਹ ਦੀ ਸੰਗਰਾਂਦ ਤਾਈਂ ਫੈਸਲਾ ਇਹ ਕਮੇਟੀ ਦਊਗੀ। ਫੈਸਲਾ ਤਾਂ ਕੀ ਦੇਣਾ ਸੀਗਾ, ਕਮੇਟੀ ਦੀ ਕੋਈ ਮੀਟਿੰਗ ਹੀ ਨਹੀਂ ਹੋਈ। ਸੋ ਇਹ ਤਕਰੀਬਨ ਆਮ ਤੌਰ ਤੇ ਬਾਹਰੀਆਂ ਕਮੇਟੀਆਂ ਦਾ ਹਸ਼ਰ ਇਸੇ ਤਰ੍ਹਾਂ ਹੁੰਦਾ ਹੈ ਕਿ ਜੇ ਕੋਈ ਸਮੱਸਿਆ ਆਵੇ ਤੇ ਅਨਾਉਂਸ ਕਰ ਦਿੱਤਾ ਜਾਂਦਾ ਵੀ ਕਮੇਟੀ ਬਣੂਗੀ, ਜਾਂ ਫਿਰ ਉਸ ਤੋਂ ਬਾਅਦ ਸਾਰੇ ਕਮੇਟੀ ਬਣਾਉਣ ਵਾਲੇ ਵੀ ਸੌ ਜਾਂਦੇ ਆ ਤੇ ਉਹਨੂੰ ਕੁਛ ਨਹੀਂ ਹੁੰਦਾ। ਜੀ ਬੇਸਿਕਲੀ ਸਾਡੀ ਗੱਲ ਨੂੰ ਦਬਾਉਣ ਦੇ ਲਈ ਜਾਂ ਸਿੱਖਾਂ ਦੇ ਅੱਖਾਂ 'ਚ ਮਿੱਟੀ ਪਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ, ਬਿਕੋਜ਼ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫੀ SGPC ਦਬਾਅ ਪਾਇਆ ਜਾ ਰਿਹਾ ਸੀ ਕਿ ਇਸ ਗੱਲ ਤੇ ਜਿਹੜੀ ਕਨਫਿਊਜ਼ਨ ਹੈ ਉਸ ਨੂੰ ਦੂਰ ਕੀਤਾ ਜਾਵੇ। ਬੇਸਿਕਲੀ ਤੁਸੀਂ ਸਾਨੂੰ ਦੱਸਿਆ ਕਿ ਇਸ 1 ਸਾਲ ਦੇ ਵਿੱਚ ਇਸ ਕਨਫਿਊਜ਼ਨ ਦੇ ਉੱਪਰ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਹਾਂਜੀ, ਨਾਲ ਇਹ ਵੀ ਇੱਕ ਹੋਰ ਥੋੜੀ ਜਿਹੀ ਖੁਸ਼ੀ ਵਾਲੀ ਗੱਲ ਆ, ਮੈਂ ਡਾਇਰੈਕਟਲੀ ਤਾਂ ਕਨਫਰਮ ਨਹੀਂ ਮੈਂ ਕੀਤੀ, ਪਰ ਇਹ ਮੀਡੀਆ ਦੇ ਵਿੱਚ ਆਈ ਹੈ ਕਿ ਜੰਮੂ ਐਂਡ ਕਸ਼ਮੀਰ ਦੀ ਗਵਰਨਮੈਂਟ ਨੇ 100% ਨਾਨਕਸ਼ਾਹੀ ਕੈਲੰਡਰ ਇੰਪਲੀਮੈਂਟ ਕੀਤਾ। 5 ਜਨਵਰੀ ਨੂੰ ਗੁਰਪੁਰਬ ਤੇ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਸਰਕਾਰੀ ਛੁੱਟੀ ਕੀਤੀ, ਸਾਰੇ ਅਦਾਰੇ ਬੰਦ ਰਹੇ। ਜੀ, ਇਹ ਤਾਂ ਬਹੁਤ ਖੁਸ਼ਖਬਰੀ ਦੀ ਗੱਲ ਹੈ। ਥੈਂਕ ਯੂ ਸੋ ਮਚ ਫॉर ਸ਼ੇਅਰਿੰਗ ਦੈਟ। ਸੋ ਵੀਰ ਜੀ, ਜਿਸ ਤੁਸੀਂ ਗੱਲ ਕੀਤੀ ਸੀ ਸੰਗਰਾਂਦ ਦੀ, ਜਿਸ ਪਿਛਲੇ ਸਾਲ ਸੰਗਰਾਂਦ ਦੀਆਂ ਕਾਫੀ ਜਿਹੜੀ ਡੇਟ ਸੀਗੀਆਂ ਅੱਗੇ ਪਿੱਛੇ ਹੁੰਦੀਆਂ ਰਹੀਆਂ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਗੇ ਪਿੱਛੇ ਹੋਣਗੇ, ਇਸ ਦਾ ਓਵਰਆਲ ਕੀ ਇੰਪੈਕਟ ਹੁੰਦਾ ਹੈ? ਦੇਖੋ ਜੀ, ਇਹ ਪਹਿਲੀ ਗੱਲ ਇਹ ਹੈ ਵੀ ਸੰਗਰਾਂਦ ਜਿਹੜੀ ਹੈ, ਅਸੀਂ ਲਫ਼ਜ਼ ਵਰਤਦੇ ਹਾਂ ਸੰਗਰਾਂਦ, ਇਹ ਮਹੀਨੇ ਦੀ ਆਰੰਭਤਾ ਆ, ਮਹੀਨੇ ਦੀ ਪਹਿਲੀ ਤਰੀਕ ਆ। ਜਿਵੇਂ ਅੰਗਰੇਜ਼ੀ ਮਹੀਨਿਆਂ ਦੀ ਪਹਿਲੀ ਤਰੀਕ ਆ, ਇਸੇ ਤਰ੍ਹਾਂ ਹੀ ਸਾਡੇ ਦੇਸੀ ਮਹੀਨੇ ਜਿਹੜੇ ਚੇਤ ਤੋਂ ਲੈ ਕੇ ਫੱਗਣ ਤਾਈਂ, ਉਹਨਾਂ ਦੀ ਪਹਿਲੀ ਤਰੀਕ ਨੂੰ ਅਸੀਂ ਸੰਗਰਾਂਦ ਦਾ ਨਾਂ ਦਿੱਤਾ ਆ। ਬਿਕਰਮੀ ਕੈਲੰਡਰ ਦੇ ਵਿੱਚ ਜਿਹੜੀ ਸੰਗਰਾਂਦ ਆ ਉਹ ਰਾਸ਼ੀਆਂ ਦਾ ਉਹਦੇ ਨਾਲ ਸੰਬੰਧ ਆ, ਉਹ ਅੱਗੜ ਪਿੱਛੇ ਹੁੰਦੀਆਂ ਰਹਿੰਦੀਆਂ। ਨਾਨਕਸ਼ਾਹੀ ਕੈਲੰਡਰ ਵਿੱਚ ਤਾਂ ਕਦੇ ਸੰਗਰਾਂਦ ਗਾਂ ਪਛਾਣ ਨਹੀਂ ਹੁੰਦੀ। ਜੇ ਸੰਗਰਾਂਦ 13 ਜਨਵਰੀ ਨੂੰ ਮਾਘੀ ਆ ਤੇ ਉਹ 3000 ਸਨ ਵਿੱਚ ਵੀ 13 ਜਨਵਰੀ ਨੂੰ ਮਾਘੀ ਹੋਊਗੀ। ਜੇ ਸਾਡੀ ਵਿਸਾਖੀ ਨਾਨਕਸ਼ਾਹੀ ਕੈਲੰਡਰ ਦੀ 14 ਅਪ੍ਰੈਲ ਨੂੰ ਆ ਤੇ ਉਹ 3000 ਸਨ ਵਿੱਚ 14 ਅਪ੍ਰੈਲ ਨੂੰ ਆ, ਪਰ 3000 ਸਨ ਵਿੱਚ ਬਿਕਰਮੀ ਕੈਲੰਡਰ ਦੀ 27 ਅਪ੍ਰੈਲ ਨੂੰ ਵਿਸਾਖੀ ਆ। ਉਹਨਾਂ ਦੀਆਂ ਗਾਂਹ ਪਿਛਾਂਹ ਹੁੰਦੀਆਂ ਰਹਿੰਦੀਆਂ ਆ, ਸਾਡੀਆਂ ਤਾਂ ਬਿਲਕੁਲ ਸਥਿਰ ਆ। ਜਿਵੇਂ ਸਾਡੀ ਗੁਰਬਾਣੀ ਜਿਹੜੀ ਆ ਸਦੀਵੀ ਸਥਿਰ ਆ, ਅਸੀਂ ਗੁਰਬਾਣੀ ਦੇ ਨਾਲ ਕੈਲੰਡਰ ਨੂੰ ਜੋੜ ਕੇ ਵੀ ਕੈਲੰਡਰ ਨੂੰ ਸਥਿਰ ਕੀਤਾ ਆ। ਸੋ ਸੰਗਰਾਂਦਾਂ ਜਿਹੜੀਆਂ ਸਾਡੇ ਨਾਨਕਸ਼ਾਹੀ ਕੈਲੰਡਰ 2 ਨਹੀਂ, 2 ਸੰਗਰਾਂਦਾਂ ਤਾਂ ਉਹਨਾਂ ਲਈ ਆ ਜਿਨ੍ਹਾਂ ਨੇ ਇੱਕ ਪਾਸੇ ਨਾਨਕਸ਼ਾਹੀ ਦੀਆਂ ਦੇਖਣੀਆਂ ਤੇ ਦੂਏ ਪਾਸੇ ਬਿਕਰਮੀ ਦੀਆਂ ਦੇਖਣੀਆਂ। ਜੇ ਬਿਕਰਮੀ ਦੀਆਂ ਵੀ ਦੇਖਣੀਆਂ, ਉਹਨਾਂ ਦੇ ਤਾਂ ਕਈ ਬਿਕਰਮੀ ਕੈਲੰਡਰ ਆ, ਉਹਨਾਂ ਦੇ ਇੱਕ ਕੈਲੰਡਰ ਦੇ ਵਿੱਚ ਦੂਜੇ ਕੈਲੰਡਰ ਨਾਲੋਂ ਸੰਗਰਾਂਦਾਂ 5 ਸੰਗਰਾਂਦਾਂ ਦਾ ਸਾਲ ਦੇ ਵਿੱਚ ਫਰਕ ਹੈਗਾ ਆ। ਸੋ ਉਹਨਾਂ ਦੇ ਵਿੱਚ ਤਾਂ ਆਪਣੇ ਵਿੱਚ ਫਰਕ ਆ, ਸਾਡੀ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਸੰਗਰਾਂਦਾਂ ਬਦਲ ਕੇ ਨਹੀਂ ਆਉਂਦੀਆਂ। ਜੀ ਬਿਲਕੁਲ। ਜੇ ਅਸੀਂ ਆਪਣੇ ਇਸ ਕੈਲੰਡਰ ਤੇ ਚੱਲੀਏ ਤਾਂ ਸਾਨੂੰ ਚਿੰਤਾ ਹੀ ਕੋਈ ਨਹੀਂ। ਹਰ ਸਾਲ ਲਿਖ ਕੇ ਲਾ ਦਿਓ ਵੀ ਆਹ 12 ਸੰਗਰਾਂਦਾਂ 2016 ਚ ਤਾਂ ਇਹੀ 2017 ਚ ਹੋਣੀਆਂ, ਇਹੀ 2018 ਚ।
ਜੀ ਜੀ ਹਾਂਜੀ ਜੀ ਆਈ ਮੀਨ ਪੁਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਪੂਰਾ ਇਸ ਬਾਰੇ ਜਿਹੜਾ ਚੰਗੀ ਤਰ੍ਹਾਂ ਵੇਰਵਾ ਵੀ ਦਿੱਤਾ ਹੈ। ਅਸੀਂ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਨਾਟ ਓਨਲੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਤਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਇਸ ਕੈਲੰਡਰ ਜਿਹੜਾ ਲਾਗੂ ਕੀਤਾ ਗਿਆ ਹੈ, ਉਹ ਵੀ ਜਿਹੜੇ ਸਾਰੇ ਦਿਨ ਨੇ ਦਿਹਾੜੇ ਨੇ ਇਸ ਕੈਲੰਡਰ ਮੁਤਾਬਿਕ ਮਨਾਉਂਦੇ ਨੇ। ਪਰ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ, ਮੈਂ ਕਿਉਂਕਿ ਅਸੀਂ ਅਮਰੀਕਾ ਦੇ ਵਿੱਚ ਰਹਿੰਦੇ, ਅਮਰੀਕਾ ਦੇ ਵਿੱਚ ਜਿੰਨੇ ਗੁਰਦੁਆਰੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਆਉਂਦੇ ਨੇ ਉਹ ਤਾਂ ਨਾਨਕਸ਼ਾਹੀ ਕੈਲੰਡਰ 2003 ਤੇ ਪਹਿਰਾ ਦਿੰਦੇ ਨੇ, ਪਰ ਬਹੁਤ ਸਾਰੇ ਜਿਹੜੇ ਗੁਰਦੁਆਰੇ ਨਹੀਂ ਆਉਂਦੇ ਅਮਰੀਕਨ ਗੁਰਦੁਆਰਾ ਉਹ SGPC ਜਿਹੜਾ ਕੈਲੰਡਰ ਹੁੰਦਾ, ਜਿਹੜਾ ਹਿੰਦੂ ਕੈਲੰਡਰ ਕੀਤਾ ਹੋਇਆ, ਭਾਵੇਂ ਨਾਨਕਸ਼ਾਹੀ ਨਾਮ ਲਿਖਿਆ ਹੋਇਆ ਪਰ ਹੈਗਾ ਤਾਂ ਹਿੰਦੂਆਂ ਦਾ ਕੈਲੰਡਰ ਹੈ, ਉਹ ਤੇ ਪਹਿਰਾ ਦਿੰਦੇ ਨੇ। ਕਈ ਵਾਰ ਸਾਡੇ ਵਰਗੇ ਵੀ ਜਿਹੜੇ ਕਨਫਿਊਜ਼ਨ ਦੇ ਵਿੱਚ ਸਿੱਖ ਹੁੰਦੇ ਨੇ ਉਹ ਵੀ ਚੁੱਕ ਲਿਆਉਂਦੇ ਨੇ, ਉਸ ਦਾ ਹਿਸਾਬ ਨਾਲ ਆਪਣੇ ਦਿਨ ਦਿਹਾੜੇ ਮਨਾਉਣ ਲੱਗ ਪਏ। ਬਾਅਦ ਚੋਂ 1-2 ਮਹੀਨੇ ਬਾਅਦ ਪਤਾ ਲੱਗਦਾ ਹੈ ਕਿ ਇਹ ਬੇਸਿਕਲੀ ਨਾਨਕਸ਼ਾਹੀ ਕੈਲੰਡਰ ਨਹੀਂ ਹੈਗਾ, ਇਹ ਬੇਸਿਕਲੀ ਹਿੰਦੂ ਕੈਲੰਡਰ ਕੀਤਾ ਹੋਇਆ ਜੀ। ਬਹੁਤ ਸਾਰੀ ਸੰਗਤ ਆਪਣੀ ਜਿਹੜੀ ਆ ਉਹ ਭੁਲੇਖੇ ਵਿੱਚ ਫਸੀ ਆ ਜੀ, ਤੇ ਉਹ ਕਿਉਂਕਿ ਉੱਪਰ ਉਹਨਾਂ ਨਾਨਕਸ਼ਾਹੀ ਨਾਂ ਲਿਖ ਦਿੱਤਾ। ਹਾਂਜੀ, ਤੇ ਇਹ ਬਹੁਤ ਵੱਡੀ ਸਮੱਸਿਆ ਹੈਗੀ ਆ। ਬਿਲਕੁਲ। ਪਰ ਬਾਕੀ ਦੇ ਜਿਹੜੇ ਆ ਉਦਾਂ ਜਿਹਨਾਂ ਨੂੰ ਆਪਾਂ ਡਾਈ ਹਾਰਡ ਕਹਿੰਦੇ ਆ, ਜਿਹੜਾ ਨੇ ਨਵੀਂ ਗੱਲ ਜਾਂ ਸਹੀ ਗੱਲ ਨੂੰ ਛੇਤੀ ਕਿਤੇ ਮੰਨਣਾ ਹੀ ਨਹੀਂ, ਅੰਗਰੇਜ਼ੀ ਚ ਉਹਨਾਂ ਨੂੰ ਡਾਈ ਹਾਰਡ ਕਿਹਾ ਜਾਂਦਾ ਆ ਜੀ। ਬਈ ਉਹਨਾਂ ਵਾਸਤੇ ਸਾਡੇ ਡਾਈ ਹਾਰਡ ਲਈ ਅਸੀਂ ਦੋਹਰੇ ਦੇ ਵਿੱਚ ਕਹਿੰਦੇ ਆ, ਖੁਆਰ ਹੋਏ ਸਭ ਮਿਲੇਗੇ ਬੜੇ ਸ਼ਰਨ ਜੋ ਹੋਏ। ਤੇ ਗੁਰੂ ਮਹਾਰਾਜ ਦੀ ਸ਼ਰਤ ਜਿਹੜੇ ਆਉਣਗੇ ਉਹ ਸਦੀ ਉਹ ਰਹਿਣਗੇ, ਉਹ ਕਾਮਯਾਬ ਹੋਣਗੇ। ਸੋ ਅਸੀਂ ਕੈਲੰਡਰ ਗੁਰੂ ਮਹਾਰਾਜ ਦੀ ਗੁਰਬਾਣੀ ਤੇ ਆਧਾਰ ਰੱਖ ਕੇ ਬਣਾਇਆ ਆ, ਸਾਲ ਦੀ ਲੰਬਾਈ ਗੁਰਬਾਣੀ ਚੋਂ ਲਈ ਆ। ਇਸ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਕੈਲੰਡਰ ਤੇ ਪਹਿਰਾ ਦੇਣਾ ਚਾਹੀਦਾ। ਸਾਡੀ ਆਈਡੈਂਟਿਟੀ ਦਾ ਇੱਕ ਬਹੁਤ ਇੰਪੋਰਟੈਂਟ ਤੇ ਐਸੈਂਸ਼ੀਅਲ ਜ਼ਰੂਰੀ ਤੇ ਮਹੱਤਵਪੂਰਨ ਅੰਗ ਹੈਗਾ ਆ। ਬਿਲਕੁਲ 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 ਪੁਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਮੈਂ ਆਲਰੇਡੀ ਇੰਟਰੋਡਕਸ਼ਨ ਦੇ ਵਿੱਚ ਕਹਿ ਚੁੱਕੀ ਸੀ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸਿਆ ਸੀ ਕਿ ਤੁਹਾਡੀ ਤਬੀਅਤ ਬਹੁਤ ਖਰਾਬ ਸੀ, ਤੁਸੀਂ ਫਿਰ ਵੀ ਆਪਣਾ ਟਾਈਮ ਕੱਢ ਕੇ ਸਾਡੇ TV 84 ਦੇ ਦਰਸ਼ਕਾਂ ਦੇ ਰੂਬਰੂ, ਕਿਉਂਕਿ ਇਹ ਮੁੱਦਾ ਬਹੁਤ ਇੰਪੋਰਟੈਂਟ ਸੀ। ਸੰਗਤਾਂ ਨੂੰ ਫਿਰ ਬਹੁਤ ਜ਼ੋਰ ਅਪੀਲ ਹੈ ਕਿ ਇਹ ਪੁਰੇਵਾਲ ਦਾ ਕੈਲੰਡਰ ਨਹੀਂ, ਇਹ ਪੰਥ ਦਾ ਕੈਲੰਡਰ ਹੈ, ਤੁਹਾਡਾ ਕੈਲੰਡਰ ਹੈ, ਤੁਸੀਂ ਇਸ ਨੂੰ ਸਾਂਭਣਾ ਹੈ। ਜੀ ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ ਪੁਰੇਵਾਲ ਸਾਹਿਬ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।